Pamela, thank you very much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਵੀਰ ਭੈਣ ਜੀ, ਆਪ ਸਾਰਿਆਂ ਦਾ ਅੱਜ ਦੀ ਇਸ ਕਲਾਸ ਵਿੱਚ ਸਵਾਗਤ ਹੈ। ਓੰਕਾਰ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 24 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਅੱਜ 25ਵੀਂ ਪੌੜੀ ਦੀ ਵਿਚਾਰ ਅਸੀਂ ਕਰਨੀ ਹੈ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਅੱਜ ਦੇ ਜੋ ਸ਼ਬਦ 25ਵੀਂ ਪੌੜੀ ਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 933 ਤੇ ਹਨ। ਕੁੱਲ ਟੋਟਲ 54 ਪੌੜੀਆਂ ਇਸ ਬਾਣੀ ਦੀਆਂ ਹਨ, ਜਿਹਦੇ ਵਿੱਚੋਂ ਅਸੀਂ 24 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ੍ਹ ਦੀ ਜੋ ਵਿਚਾਰ ਅਸੀਂ ਕੀਤੀ ਸੀ, ਸਤਿਗੁਰੂ ਜੀ ਨੇ ਉਹਦੇ ਵਿੱਚ ਸੰਸਾਰ ਦੀ ਨਾਸ਼ਵੰਤਤਾ ਦਾ ਜ਼ਿਕਰ ਕੀਤਾ। ਉਸ ਤੋਂ ਪਹਿਲੀ ਪੌੜੀ ਵਿੱਚ ਉਸ ਤੋਂ ਪਹਿਲੀ ਪੌੜੀ ਅਸੀਂ ਵਿਚਾਰ ਕੀਤੀ ਸੀ, 23ਵੀਂ ਪੌੜੀ, ਉਹਦੇ ਵਿੱਚ ਸਤਿਗੁਰੂ ਜੀ ਨੇ ਇਹ ਸਮਝਾਇਆ ਸੀ, ਹੇ ਪਾਂਡੇ, ਮਨ ਬੜਾ ਚੰਚਲ ਹੈ, ਹਰ ਵੇਲੇ ਇਹ ਰਸਾਂ ਭੋਗਾਂ ਵਿੱਚ ਫਸਿਆ ਰਹਿੰਦਾ। ਉਹਦੀ ਖਾਸ਼ ਹੁੰਦੀ ਹੈ ਕਿ ਹਰ ਵੇਲੇ ਮੈਂ ਇਹ ਭੋਗ ਹੀ ਭੋਗਦਾ ਰਵਾਂ। ਉਹਦੇ ਮਨ ਦੀ ਇਹ ਤਮੰਨਾ ਹਮੇਸ਼ਾ ਹੀ ਹੁੰਦੀ ਹੈ। ਹਰੀ ਅੰਗੂਰੀ ਮਨ ਰੂਪੀ ਹਿਰਨ ਜਿਹੜਾ ਖਾਂਦਾ, ਪਰ ਛੁਪ ਛੁਪ ਕੇ ਖਾਂਦਾ, ਰਿਜ਼ਲਟ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਪਰ ਜਿਹੜਾ ਗੁਰੂ ਦੇ ਚਰਨਾਂ ਨਾਲ ਆਪਣੀ ਸੁਰਤ ਜੋੜਦਾ ਹੈ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਵਿਸ਼ਿਆਂ ਨੂੰ ਭੋਗਣ ਦੇ ਕਰਕੇ ਹੀ ਸਾਰੀ ਜ਼ਿੰਦਗੀ ਚਿੰਤਾ ਵਿੱਚ ਬੀਤਦੀ ਹੈ। ਕੋਈ ਆਨੰਦ, ਕੋਈ ਸੁੱਖ, ਕੋਈ ਅੰਤਰ ਆਤਮੇ ਦਾ ਖੇੜਾ ਉਸ ਨੂੰ ਮਹਿਸੂਸ ਨਹੀਂ ਹੁੰਦਾ। ਕਿਉਂ? ਕਿਉਂਕਿ ਮਨ ਚੰਚਲ ਹਮੇਸ਼ਾ ਹੀ ਬਾਹਰਮੁਖੀ ਹੋ ਕੇ ਦੌੜਦਾ ਹੈ। ਸੁੱਖ ਲੱਭਣ ਲਈ ਇਨਸਾਨ ਤਰਲੇ ਕਰਦਾ ਹੈ, ਲੇਕਿਨ ਸੁੱਖ ਹੈ ਨਹੀਂ। ਸੁੱਖ ਕੇਵਲ ਪਰਮੇਸ਼ਰ ਦੇ ਨਾਮ ਵਿੱਚ ਸੀ। ਸਦੀਵ ਸੁੱਖ ਜਿਹੜਾ ਹੈ ਮਾਲਕ ਦੀ ਬੰਦਗੀ ਵਿੱਚ ਹੈ। ਉਸ ਤੋਂ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਨੇ ਫਿਰ ਕਿਹਾ, ਹੈ ਪਾਂਡੇ, ਦੇਖ, ਰਸਾਂ ਭੋਗਾਂ ਵਿੱਚ ਜਿਹੜਾ ਤੂੰ ਇੰਨਾ ਖਚਤ ਹੈ, ਜਿਹੜਾ ਮਨ ਇੰਨਾ ਖਚਤ ਹੈ, ਇਹਨੂੰ ਇਹ ਨਹੀਂ ਪਤਾ ਕਿ ਜੀਵਨ ਦੀ ਡੋਰ ਇੱਕ ਦਿਨ ਟੁੱਟ ਜਾਣੀ ਹੈ। ਜਨਮ ਹੋਇਆ, ਮੌਤ ਅਵੱਸ਼ ਹੋਣੀ ਹੈ। ਜਦੋਂ ਇਹਦੇ ਪ੍ਰਾਣਾਂ ਦੀ ਗੰਢ ਖੁੱਲੇਗੀ ਤਾਂ ਸਰੀਰ ਨਾਸ਼ ਹੋ ਜਾਏਗਾ। ਇਹ ਮੌਤ ਦਾ ਨਜ਼ਾਰਾ ਰੋਜ਼ ਹੀ ਵਰਤਦਾ, ਕੋਈ ਇੱਕ ਦਿਨ ਦੀ ਗੱਲ ਨਹੀਂ, ਇੱਕ ਦਿਨ ਦੀ ਘਾਟੀ ਨਹੀਂ ਵੀ ਅੱਜ ਹੋ ਗਿਆ ਤੇ ਕੱਲ ਨਹੀਂ ਹੋਏਗਾ। ਇਹ ਸਿਰ ਤੇ ਹਰ ਵੇਲੇ ਖੜਾ ਹੈ। ਪਰ ਜਿਹੜਾ ਇਸ ਮੌਤ ਦੇ ਡਰ ਤੋਂ ਬਾਹਰ ਨਿਕਲ ਜਾਏ,
ਜੀਵਨ ਵਿੱਚ ਆਉਣ ਵਾਲੀਆਂ ਉੱਚੀਆਂ ਘਾਟੀਆਂ, ਟੋਏ ਤੇ ਟਿੱਬਿਆਂ ਨੂੰ ਮਨ ਤੋਂ ਲਾਹ ਦੇਵੇ, ਸੁੱਖ ਤੇ ਦੁੱਖ ਦੇ ਸੋਚ ਵਿੱਚੋਂ ਉੱਪਰ ਉੱਠ ਜਾਏ, ਉਹ ਬੰਦਾ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ ਹੈ। ਇਹ ਮਾਇਆ ਕਦੇ ਕਿਸੇ ਨਾਲ ਲਿਭਦੀ ਨਹੀਂ, ਨਾਸ਼ਵਾਨ ਹੈ। ਇਹ ਰਸ ਕਸ ਨਾਲ ਨਹੀਂ ਲਿਭਦੇ। ਜਿਨ੍ਹਾਂ ਰਸਾਂ ਕਸਾਂ ਵਿੱਚ ਫੈਸ ਕੇ ਜ਼ਿੰਦਗੀ ਬਤੀਤ ਕੀਤੀ ਹੈ, ਉਹ ਰਸ ਕਸ ਤੇਰੀ ਜ਼ਿੰਦਗੀ ਦੇ ਅਖੀਰ ਦੇ ਵਿੱਚ ਜੀਵਨ ਦੀ ਬਾਜੀ ਹਾਰਨ ਵਾਲੇ ਪਾਸੇ ਲੈ ਕੇ ਜਾਂਦੇ ਹਨ। ਇਹ ਵੀ ਯਾਦ ਰੱਖੀ, ਜੋਬਨ ਹਮੇਸ਼ਾ ਨਹੀਂ ਰਹਿੰਦਾ, ਪਰ ਜੋਬਨ ਦਾ ਨਸ਼ਾ ਵੀ ਹਮੇਸ਼ਾ ਨਹੀਂ ਰਹਿੰਦਾ। ਜੋਬਨ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਕੁਕਰਮ ਕਮਾਉਂਦਾ ਹੈ, ਪਰ ਇੱਕ ਦਿਨ ਬੁਢੇਪਾ ਆਉਂਦਾ ਹੈ। ਮੌਤ ਫਿਰ ਉਹਨੂੰ ਆਪਣੇ ਸਿਰ ਤੇ ਖੜੀ ਹੋਈ ਨੇੜੇ ਜਾਪਦੀ ਹੈ। ਸਰੀਰ ਕਮਜ਼ੋਰ ਹੋ ਜਾਂਦਾ ਹੈ, ਕਰਮ ਇੰਦਰੇ ਸਾਰੇ ਕਮਜ਼ੋਰ ਪੈ ਜਾਂਦੇ ਹਨ, ਗਿਆਨ ਇੰਦਰੇ ਵੀ ਕਮਜ਼ੋਰ ਹੋ ਜਾਂਦੇ ਨੇ, ਚਮੜੀ ਢਿੱਲੀ ਪੈ ਜਾਂਦੀ ਹੈ, ਜਿਵੇਂ ਪਾਣੀ ਤੇ ਲੱਗਾ ਹੋਇਆ ਜਾਲਾ ਹੁੰਦਾ ਉੱਪਰ ਜਿਹਾ, ਜਿਹੜੀਆਂ ਛਿੱਲੜਾਂ ਜਿਹੀਆਂ ਲੱਗਦੀਆਂ ਨੇ, ਹਰੇ ਜਿਹੇ ਰੰਗ ਦੀ ਜਿਹੜੀ ਕਾਈ ਕਹਿੰਦੇ ਅਸੀਂ, ਉਹਦੇ ਵਰਗਾ ਸਰੀਰ ਬਣ ਜਾਂਦਾ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਦਾ ਮਾਇਆ ਦਾ ਮਮਤਾ ਨਹੀਂ ਖਤਮ ਹੁੰਦੀ। ਮਾਇਆ ਦੀ ਮਮਤਾ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਅੱਜ ਗੁਰੂ ਪਾਤਸ਼ਾਹ ਜੀ ਨੇ ਫਿਰ ਉਸ ਗੱਲ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦੀ। ਕਹਿਣ ਲੱਗੇ, ਜਾਪੈ ਆਪ ਪ੍ਰਭੂ ਤੈ ਲੋਏ, ਜੁਗ ਜੁਗ ਦਾਤਾ ਅਵਰ ਨਾ ਕੋਏ, ਜਿਉ ਭਾਵੈ ਤਿਉ ਰਾਖੇ ਰਾਖ, ਜਸ ਜਾਂਚੂ ਦੇਵੈ ਪਤ ਸ਼ਾਖ, ਜਾਗਤ ਜਾਗ ਰਹਾ ਤੁਧ ਭਾਵਾਂ, ਜਾਂ ਤੂੰ ਮਿਲੈ ਤਾਂ ਤੁਝੈ ਸਮਾਵਾਂ, ਜੈ ਜੈਕਾਰ ਜਪੋ ਜਗਦੀਸ਼, ਗੁਰਮਤਿ ਮਿਲਿਐ 20 21। ਜੈ ਜੈਕਾਰ ਜਪੋ ਜਗਦੀਸ਼, ਗੁਰਮਤਿ ਮਿਲਿਐ 20 21। ਜਾਪੇ, ਜਾਪੇ ਦਾ ਅਰਥ ਹੈ ਜਾਪਣਾ, ਦਿਸਣਾ, ਪ੍ਰਗਟ ਹੋਣਾ। ਆਪ ਦਾ ਅਰਥ ਹੈ ਪਰਮੇਸ਼ਰ, ਆਪ ਹੀ, ਆਪਣੇ ਆਪ। ਪ੍ਰਭੂ ਪਰਮਾਤਮਾ। ਤੈ ਦਾ ਅਰਥ ਹੈ ਤਿੰਨ, ਲੋਹੇ ਦਾ ਅਰਥ ਹੈ ਲੋਕ, ਭਾਵ ਸਾਰਾ ਸੰਸਾਰ, ਸਾਰਾ ਜਗਤ, ਸਾਰੇ ਜਗਤ ਵਿੱਚ। ਜੁਗ ਜੁਗ, ਸ਼ੁਰੂ ਤੋਂ ਹੀ, ਹਰੇਕ ਯੁੱਗ ਵਿੱਚ, ਜਦੋਂ ਤੋਂ ਸੰਸਾਰ ਬਣਿਆ, ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ। ਦਾਤਾ ਦਾ ਅਰਥ ਹੈ ਮਾਲਕ, ਦਾਤਾ ਦੇਣ ਵਾਲਾ। ਅਵਰ ਦਾ ਅਰਥ ਹੈ ਦੂਸਰਾ, ਨਾ ਕੋਈ ਨਹੀਂ। तो सतगुरु जी कहते है पांडे, गोपाल का नाम अपने मन की पट्टी ते लिख, वो सर्वश्रेष्ठ परमात्मा का नाम अपने हिरदे विच वसा। उस परमात्मा का नाम जो सारे ही जगत विच प्रगट है, हर थां हर जगह, सर्व व्यापक, एक रस लगातार, ना कभी खत्म हुंदा है, ना मुकदा है, ना जमदा है, ना मरदा है, लगातार एक रस, एक ओंकार वाला।
ਪਾਂਡੇ ਉਸ परमात्मा का नाम, उस गोपाल का नाम अपने मन की पट्टी ते लिख, जो सारे जगत विच प्रगट है, सब थां ते है, आकार रहत है, दिसदा नहीं है, पर उस आकार रहत परमेश्वर ने ही अपने आप तो ये दिसदा होया जगत का तमाशा बनाया है, इस जगत का अखाड़ा बना दिता। ये जगत रूपी अखाड़ा उस मालिक ने बनाया। आप नहीं दिसता, आप आकार रहता है, पर ये सारी कुदरत की सिरजना, आकार की सिरजना उस मालिक ने की, उस परमेश्वर ने कर दी। जगत बना के कला जगत ही नहीं बनाया, माया का मोह भी बनाया नाल, वो भी उन्हें अपने हुक्म विच ही बनाया। तो खेल सारा उस मालिक का है, वो आप खेड खेड रहा, मौला खेड करे, मौला खेडदा है, ਉਹਦੀਆਂ ਖੇਡਾਂ ਹਨ, ਇਹ ਸੰਸਾਰ ਵੀ ਉਹਦੀ ਖੇਡ ਹੈ। ਪਰ ਇਹ ਗੱਲ ਸਮਝ ਉਹਨੂੰ ਆਉਂਦੀ ਹੈ, ਹੇ ਪਾਂਡੇ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣ ਕੇ ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਦਾ ਹੈ ਤੇ ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਸਮਝ ਉਸ ਨੂੰ ਆਉਂਦੀ ਹੈ, क्योंकि उस निरंकार आकार उपाया, माया मोह हुक्म बनाया, आपे खेल करे सब करता, सुन साचा मन वसाएंदा। उस निरंकार ने खेल खेडिया, निरंकार आकार उपाया, उस निरंकार ने बनाया है। ते लोहे तिन्ना लोहां विच है, आकार रहत परमेश्वर ने, निरंकार ने आकार बना दिते, नाल उसने माया का मोह भी पैदा किया। हुण ये नाल विवेक बुद्धि दिती है, तेनू बख्शिश की है, इस माया के पसारे दे विचों निर्लेप रह के उस गोपाल का नाम अपने मन की पट्टी ते किवें लिखना है। ये तेनू अकल दिती है, सोच दिती हुई है। ये गल वखरी है कि उस दाते दे कोलों ये लैके दात असी उसका इस्तेमाल नहीं करते, वरतों नहीं करते। निर्लिपता की गल सानू समझ नहीं आ रही। मालिक ने दिती है सोच, इस माया के नाल नाल इस माया के पसारे तो निकलना किवें है, जगत की कलर की कोठड़ी विचों कालख विचों बच के किवें निकलना है, मालिक ने बनाया, सानू सोच दिती है। काजल कोठ में भई ना कारी, निर्मल बरन बनियो री, किवें बनिया? पवित्र चिट्टे दा चिट्टा रंग किवें हो गया? कज्जल दी कोठड़ी विचों चिट्टे बस्तर पा के किवें लंघ गई? क्योंकि गोपाल दा नाम अपने मन की पट्टी ते लिखिया। देखो, ये जगत की माया सब नूं लुटदी है, पर हे पांडे, जिहड़ा गोपाल दा नाम इस मन की पट्टी ते लिख लैंदा है, उस नूं इस कज्जल की कोठड़ी विच भी कालख नहीं लगदी। संसार सड़ रहा जंगल की अग वांगू, पर जिहड़े किसी नीवी जगह का आसरा लै लैंदे हन, वो बच जाते हैं। संसार सड़ रहा माया दीआं खेडां विच, पर जिहड़े प्रभु के नाम का आसरा लै लैंदे हैं, वो बच जाते हैं। कौन बच जाता है? जिहड़ा गुरु नाल जुड़ता है, गुरु के नेड़े है। मोह मलन नींद ते छुटकी, कौन अनुग्रह प्योरी, महामोहनी तुद ना व्यापै, तेरा आलस कहाँ ग्योरी। की होया? किवें बच गई? काम क्रोध अहंकार काखरो
ਸੰਜਮ ਕੌਣ ਛੁਟਿਓਰੀ, ਕਿਵੇਂ ਛੁੱਟ ਗਈ, ਕਿਵੇਂ ਬਚ ਗਈ। ਇਹ ਮੇਰੀ ਭੈਣ, ਮੈਂ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਿਆ ਹੈ। ਉਸ ਨਿਰੰਕਾਰ ਨੇ ਅਹੰਕਾਰ ਬਣਾਇਆ ਹੈ, ਮਾਇਆ ਦਾ ਮੋਹ ਨੇ ਪਸਾਰਿਆ ਹੈ। ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਇਂਦਾ। ਜਿਹਨੂੰ ਸਮਝ ਆਉਂਦੀ ਹੈ ਉਹ ਇਸ ਜੰਗਲ ਦੀ ਅੱਗ ਵਿੱਚੋਂ ਬਚ ਜਾਂਦੇ ਹਨ। ਕੱਜਲ ਦੀ ਕੋਠੜੀ ਵਿੱਚ ਵੀ ਕਾਲੇ ਬਸਤਰ ਪਾ ਕੇ, ਕਾਲੇ ਬਸਤਰਾਂ ਨੂੰ, ਚਿੱਟੇ ਬਸਤਰਾਂ ਨੂੰ ਕਾਲਖ ਨਹੀਂ ਲੱਗਣ ਦਿੰਦੇ, ਸਵੱਛ ਨਿਰਮਲ ਨਿਕਲ ਜਾਂਦੇ ਹਨ। ਇਸ ਕੱਜਲ ਦੀ ਕੋਠੜੀ, ਕਾਲਖ ਵਿੱਚੋਂ ਵੀ ਸਫੇਦ ਬਸਤਰ ਪਾ ਕੇ ਨਿਕਲ ਜਾਂਦੇ ਹਨ। ਇਹ ਪਾਂਡੇ, ਪਰਮਾਤਮਾ ਨੇ ਪਹਿਲਾਂ ਜਗਤ ਦੀ ਰਚਨਾ ਕੀਤੀ ਹੈ। ਭਗਤ ਨਾਮਦੇਵ ਜੀ ਨੇ ਬੜਾ ਕਮਾਲ ਦਾ ਸ਼ਬਦ ਲਿਖਿਆ। ਕਈ ਵਾਰੀ ਹੁਕਮ ਦੇ ਵਿੱਚ ਆਪਾਂ ਪੜ੍ਹਦੇ ਹਾਂ, ਹੁਕਮ ਆਉਂਦਾ ਹੈ ਉਹਦਾ, ਪਰ ਪੂਰੇ ਅਰਥ ਸਮਝ ਨਹੀਂ ਆਉਂਦੇ। ਕਹਿੰਦੇ ਨੇ ਪਰਮਾਤਮਾ ਨੇ ਪਹਿਲਾ ਜਗਤ ਬਣਾਇਆ, ਮਾਨੋ ਇਹ ਜਗਤ ਇੱਕ ਚਿੱਟੇ ਕਮਲ ਫੁੱਲਾਂ ਵਾਂਗੂ ਖਿੜਿਆ ਹੋਈ ਉਹਦੀ ਵਾੜੀ ਹੈ, ਤੇ ਸਾਰੇ ਜੀ ਉਸ ਕੋਲ ਫੁੱਲਾਂ ਦੇ ਖੇਤਾਂ ਵਿੱਚ, ਉਹਦੇ ਬਣਾਏ ਹੋਏ ਜਗਤ ਵਿੱਚ ਸਾਰੇ ਹੰਸਾਂ ਵਰਗੇ ਹਨ। ਭਗਤ ਜੀ ਕਹਿੰਦੇ ਨੇ ਸਾਰੇ ਜੀਵ ਹੰਸਾਂ ਵਰਗੇ ਹਨ। ਉਸ ਪ੍ਰਭੂ ਦੀ ਮਾਇਆ ਦੀ ਪ੍ਰੇਰਨਾ ਦੇ ਨਾਲ ਇਹ ਸਾਰੀ ਰਚਨਾ ਨਾਚ ਕਰ ਰਹੀ ਹੈ, ਨੱਚ ਰਹੀ ਹੈ। ਪਹਿਲਾ ਅਕਾਲ ਪੁਰਖ ਆਪ ਪ੍ਰਗਟ ਹੋਇਆ, ਫਿਰ ਉਸ ਤੋਂ ਪਿੱਛੋਂ ਜਗਤ ਦੀ ਮਾਇਆ ਬਣੀ, ਦੂਈ ਕੁਦਰਤ ਸੱਜ ਗਿਆ, ਤੇ ਉਸ ਤੋਂ ਬਾਅਦ ਬਣੀ। ਪਹਿਲਾਂ ਉਸਨੇ ਆਪੀ ਨੇ ਆਪ ਸਾਜਿਓ ਹੈ, ਉਹਨੇ ਬਣਾਇਆ। ਉਸ ਬਾਲਕ ਨੇ ਰਚਨਾ ਬਣਾਈ, ਤੇ ਉਹ ਇਸ ਕੁਦਰਤ ਨੂੰ ਸਾਜ ਕੇ ਕਿਤੇ ਚਲਾ ਨਹੀਂ ਗਿਆ। ਤਹਿ ਲੋਹੇ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਜੀ ਨੇ। ਅਕਾਲ ਪੁਰਖ ਇਸ ਜਗਤ ਰੂਪੀ, ਜੋ ਜਗਤ ਰੂਪੀ ਮਾਇਆ ਉਹਦੇ ਵਿੱਚ ਆਪ ਵਿਆਪਕ ਹੈ, ਪਰ ਨਿਰਲੇਪ ਹੈ। ਇਹ ਸੰਸਾਰ ਮੰਨ ਲਓ ਉਸ ਪਰਮਾਤਮਾ ਦਾ ਇੱਕ ਬੜਾ ਸੋਹਣਾ ਜਿਹਾ ਬਾਗ ਹੈ, ਬਣਾਇਆ ਹੋਇਆ ਸੋਹਣਾ ਜਿਹਾ ਬਾਗ, ਤੇ ਇਹ ਇਉਂ ਨੱਚ ਰਿਹਾ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ। ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ, ਇਹ ਸੰਸਾਰ ਇਵੇਂ ਨੱਚਦਾ ਹੈ। ਉਹਦੀ ਬਣਾਈ ਹੋਈ ਖੇਡ ਇਹੋ ਜਿਹੀ ਹੈ। ਸੰਸਾਰ ਦੇ ਜੀਵ ਮਾਇਆ ਦੀ ਮੋਹ ਦੇ ਦੌੜ ਭੱਜ ਵਿੱਚ ਫਸੇ ਹੋਏ ਹਨ, ਮਾਇਆ ਦੇ ਹੱਥਾਂ ਵਿੱਚ ਨੱਚ ਰਹੇ ਹਨ। ਮਰਦ, ਇਸਤਰੀਆਂ ਸਭ ਇਹ ਨਾਚ ਕਰ ਰਹੇ ਹਨ, ਸਭ ਨੱਚ ਰਹੇ ਹਨ। ਇਹਦੇ ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਹਰੇਕ ਇਸਤਰੀ ਮਰਦ ਵਿੱਚ ਪਰਮਾਤਮਾ ਦੇ ਇੱਕ ਹੀ ਬੋਲ, ਇੱਕ ਰਸ ਚੱਲ ਰਹੇ ਹਨ। ਪਰਮਾਤਮਾ ਆਪ ਬੋਲਦਾ ਹੈ, ਸਭ ਨੂੰ ਬੁਲਾਉਂਦਾ ਵੀ ਹੈ, ਹਰ ਵਿੱਚ ਵਸਦਾ ਵੀ ਹੈ। ਇਨਸਾਨ ਰੂਪੀ, ਮਨੁੱਖ ਰੂਪੀ ਇਹ ਖੂਹ ਦੀਆਂ ਟਿੰਡਾਂ ਸੰਸਾਰ ਸਮੁੰਦਰ ਵਿੱਚ ਡੁਬਕੀਆਂ ਲੈ ਰਹੀਆਂ ਨੇ। ਡੁਬਕੀਆਂ, ਇੱਕ ਭਰਦੀ ਹੈ, ਇੱਕ ਖਾਲੀ ਹੋ ਜਾਂਦੀ ਹੈ। ਪਰ ਸਤਿਗੁਰੂ ਦੀ ਬਾਣੀ ਬੜੀ ਕਮਾਲ ਦੀ ਹੈ। ਭਗਤ ਨਾਮਦੇਵ ਜੀ ਕਹਿੰਦੇ, ਵਾਹਿਗੁਰੂ ਮੈਂ ਤਾਂ ਭਟਕ ਭੁਟਕ ਕੇ ਤੇਰੇ ਦਰ ਤੇ ਆ ਗਿਆ, ਮੈਂ ਤੇਰੇ ਦਰ ਤੇ ਆ ਗਿਆ। ਪ੍ਰਭੂ ਜੀ, ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਕੌਣ ਆ, ਤੇ ਮੈਂ ਹਾਂ ਪ੍ਰਭੂ ਜੀ ਨਾਮਦੇਵ, ਨਾਮਾ, ਤੁਹਾਡਾ ਸੇਵਕ, ਤੁਹਾਡਾ ਦਾਸ। ਹੇ ਵਾਹਿਗੁਰੂ, ਇਸ ਸੰਸਾਰ ਦੀ, ਇਸ ਖੇਡ ਦੀ ਜੋ ਤੇਰੀ ਬਣਾਈ ਹੋਈ ਹੈ, ਮੈਨੂੰ ਇਹਨਾਂ ਜੰਜਾਲਾਂ ਤੋਂ ਬਚਾ, ਆਪਣੀ ਸ਼ਰਨ ਵਿੱਚ ਰੱਖ।
अपनी सर्व व्यापकता की गल मैनू भी समझा, तद कि मैं तेरी शरण विच प्यार रहा, तेरी शरण विच जुड़िया रहा, तेरी शरण विच तेरे भरोसे ते मैं जिंदगी नूं जी लवां। स्क्रीन ते आप जी पढ़ रहे हो, पहल पुरिए पुंडरक बना, पहला पहल जगत बनया मानो कुल्ला फुल कौल फुल्लां दा वर्गा सी। पुंडरक दा अर्थ है चिट्टे रंग दे कौल फुल। पहल पुरिए दा मतलब पहला पहल, संस्कृत का पद है पुरिए, अर्थ है पहला। हाँ, पहला पहल, पहले पहल जगत बनया, फिर तांचे हंसा सगले जना, तांचे उस पुंडरक बन विच, उस कोल फुल्लां दे बाग विच सारे जी जंत, ये सारे जी जंत उस फुल्लां दे बाग विच हंस हन, हंस। कृष्णा ते जानू हर 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 नाचंती नाचना। भगत जी कमाल की गल करते हैं। माया कृष्णा की, किस माया जानू का मतलब समझो, जानो का अर्थ की है समझो, कृष्णा ते जानो कि माया ते सब नच रही है, माया के इशारियां ते परमात्मा की रचना नाच कर रही है। प्रभु की माया की प्रेरणा ये सारी वो खेड़ है। फिर पहला होया कि पुरुष आए बरा, अथोन पुरसाद मुरा। भगत जी कहते पहला पहल अकाल पुरख प्रगट होया, फिर उस तो बाद की होया, उस तो बाद उदों बाद अकाल पुरख तो ऐसा सारा खेड बन गई, ते लोहे बन गए, दोई कुदरत साजिए की खेड आ गई, वो बनाई हुई खेड है। फिर असगा अस उसगा हर का बागरा, नाचे पिंदी में सागरा। असगा इसदा, अस अते उसगा उसदा, ये माया दा ते उस अकाल पुरख दा की है जगत बड़ा मेल होया। कहते घर आसन डिठो चाओ ते चला थोड़ी गया छड़ के, इत्थे व्यापक है ते लोहे है, परमेश्वर हाजिर है। तो फिर कहते ने हर का बागरा, बागरा सोहना जिहा बाग, नाचे नच रहा किदा, पिंदी टिंडा, सागरा समुंदर पानी। कभी खूह चलता देखिया हड़, जब पुराने जमाने च हड़ चलते सन, वो टिंडा हुंदियां सन ਉਹਨੂੰ ਲੱਗੀਆਂ ਹੋਈਆਂ, ਥੱਲੇ ਖੂਹ ਦੇ ਵਿੱਚ ਪਾਣੀ ਹੁੰਦਾ ਸੀ ਤੇ ਇਸ ਤਰ੍ਹਾਂ ਟਿੰਡ ਚੇਨ ਦੇ ਉੱਤੇ ਘੁੰਮਦੀ ਸੀ, ਥੱਲਿਓਂ ਟਿੰਡ ਜਾਂਦੀ ਸੀ, ਪਹਿਲਾਂ ਉਲਟੀ ਹੁੰਦੀ, ਪਾਣੀ ਬਾਹਰ ਸੁੱਟ ਜਾਂਦੀ, ਫਿਰ ਥੱਲੇ ਜਾ ਕੇ ਸਿੱਧੀ ਹੋ ਜਾਂਦੀ ਘੁੰਮਦੀ, ਪਾਣੀ ਭਰ ਕੇ ਲਿਆ ਕੇ ਫਿਰ ਲਿਆ ਕੇ ਬਾਹਰ ਸੁੱਟ ਜਾਂਦੀ। ਬਸ ਇਹ ਖੇਡ ਚੱਲਦੀ ਰਹਿੰਦੀ ਸੀ, ਟਿੰਡਾਂ ਘੁੰਮਦੀਆਂ ਰਹਿੰਦੀਆਂ ਸੀ, ਘੁੰਮਦੀਆਂ ਰਹਿੰਦੀਆਂ ਸੀ ਤੇ ਪਾਣੀ ਭਰਦਿਆਂ ਰਹਿੰਦੀਆਂ ਸੀ। ਬਸ ਜਗਤ ਇਹੋ ਜਿਹੀ ਨਾਚ ਹੀ ਨੱਚ ਰਿਹਾ ਹੈ। परमात्मा है, हे पांडे देख, उस गोपाल का नाम अपने मन की पट्टी ते लिख। किहड़ा जिहड़ा परमात्मा तिन्ना लोकां विच सारे जगत विच प्रगट है, हर थां ते प्रगट है। ये नहीं भी किते एक थों छड्ड के दूजी थां चला गया, दूजी थां ते है नहीं, हर थां ते वो प्रगट है।
ਤੇ ਨਾਲ ਪ੍ਰਗਟ ਹੀ ਨਹੀਂ, ਜੁਗ ਜੁਗ ਦਾਤਾ ਅਵਰ ਨਾ ਕੋਈ। ਜੁਗ ਜੁਗ, ਹਰੇਕ ਯੁੱਗ ਵਿੱਚ ਉਹ ਸਦਾ ਜੀਵਾਂ ਦਾ ਦਾਤਾ ਹੈ, ਉਸ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਉਸ ਤੋਂ ਬਿਨਾਂ ਕੋਈ ਦਾਤਾ ਨਹੀਂ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਕੋਈ ਹੈ ਹੀ ਨਹੀਂ ਦਾਤਾ। ਮੈਂ ਤਾਂ ਸਾਰਾ ਜਗਤ ਘੁੰਮ ਕੇ ਵੇਖ ਲਿਆ ਕਿ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਹੀ ਨਹੀਂ, ਬਾਕੀ ਸਭ ਮੰਗਤੇ ਹਨ। ਇਹ ਗੱਲ ਵੱਖਰੀ ਹੈ ਕਿ ਅਸੀਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਕੁਝ ਦੇ ਕੇ ਆਪ ਦਾਤੇ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਦਾਤ ਵਿੱਚੋਂ ਕੁਝ ਦੇ ਕੇ ਅਸੀਂ ਮੰਗਤਿਆਂ ਨੇ ਕੀ ਦੇਣਾ ਹੁੰਦਾ ਹੈ। ਉਹਦੀ ਦਾਤ ਵਿੱਚੋਂ ਕੁਝ ਵੰਡ ਕੇ ਵੀ, ਦੇ ਕੇ ਵੀ ਸਾਡੇ ਮਨ 'ਚ ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਪਾਂਡੇ, ਸਾਰੇ ਜਗਤ ਦਾ ਦਾਤਾ ਕੇਵਲ ਇੱਕ ਪਰਮਾਤਮਾ ਹੈ। ਉਸਦੇ ਪੈਦਾ ਕੀਤੇ ਹੋਏ ਜੀਵ ਜਾਂ ਉਸਦੀ ਬਣਾਈ ਹੋਈ ਕ੍ਰਿਤ ਦਾ ਪੂਜਾ ਕਰਨ ਦਾ ਕੀ ਲਾਭ ਹੈ? ਇਹ ਮੂਰਤੀਆਂ ਜਿਨ੍ਹਾਂ ਦੀ ਪੂਜਾ ਕਰਕੇ, ਜਿਨ੍ਹਾਂ ਦਾ ਨਾਮ ਤੂੰ ਇਹਨਾਂ ਚਾਟੜਿਆਂ ਦੀਆਂ ਪੱਟੀਆਂ ਤੇ ਲਿਖਾਉਣਾ ਹੈ, ਦੱਸ ਇਹਨਾਂ ਦੀ ਪੂਜਾ ਕਰਨ ਦਾ ਕੀ ਲਾਭ ਹੈ? ਦਾਤਾ ਤਾਂ ਇੱਕੋ ਹੀ ਹੈ। ਉਸ ਦਾਤੇ ਦੀ ਸਿਫਤ ਸਲਾਹ ਕਰ ਜਿਸ ਨੇ ਇਹ ਸਾਰੇ ਜਗਤ ਨੂੰ ਬਣਾਇਆ, ਤਿੰਨਾਂ ਲੋਕਾਂ ਨੂੰ ਬਣਾਇਆ। ਕਿਉਂਕਿ ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਹੀ ਨਹੀਂ, ਦੂਜਾ ਦਾਤਾ ਹੈ ਹੀ ਨਹੀਂ। ਹੋਵੇ ਤਾਂ ਗੱਲ ਕਰੀਏ। ਉਸ ਕਰਤਾਰ ਦੀ ਪੂਜਾ ਕਰ, ਨਾ ਕਿ ਉਹਦੀ ਬਣਾਈ ਹੋਈ ਕੁਦਰਤ ਦੀ ਪੂਜਾ ਕਰ। ਉਸ ਕਰਤਾਰ ਦੀ ਪੂਜਾ ਕਰ, ਉਹਦੀ ਆਰਾਧਨਾ ਕਰ। ਕੁਦਰਤ ਨਾਸ਼ਵਾਨ ਹੈ, ਕਰਤਾਰ ਸਦਾ ਰਹਿਣ ਵਾਲਾ ਹੈ। ਇਹਨਾਂ ਮੂਰਤੀਆਂ ਚੋਂ ਕੁਝ ਨਹੀਂ ਲੱਭੇਗਾ, ਇਹ ਬਣਾਈਆਂ ਹੋਈਆਂ ਤਸਵੀਰਾਂ ਵਿੱਚੋਂ ਕੁਝ ਨਹੀਂ ਲੱਭਦਾ, ਭਾਵੇਂ ਪੱਥਰ ਦੀਆਂ ਤੇ ਭਾਵੇਂ ਕਾਗਜ਼ ਦੀਆਂ, ਭਾਵੇਂ ਪੇਪਰ ਦੀਆਂ, ਸਾਡੇ ਘਰਾਂ ਦੇ ਕੰਧਾਂ ਦਾ ਸ਼ਿੰਗਾਰ ਬਣ ਸਕਦੀਆਂ, ਪਰ ਸਾਨੂੰ ਕਦੀ ਵੀ ਕੁਝ ਦੇ ਨਹੀਂ ਸਕਦੀਆਂ, ਕਿਉਂਕਿ ਗੁਰੂ ਦੀ ਮੂਰਤ ਬਣ ਨਹੀਂ ਸਕਦੀ। ਗੁਰ ਸ਼ਬਦ ਹੀ ਗੁਰੂ ਦੀ ਮੂਰਤ ਹੈ। ਉਹ ਦਾਤਾ ਇੱਕੋ ਹੀ ਹੈ। ਉਸ ਦਾਤਾਰ ਦੇ ਗੁਣ ਗਾਈਏ ਜੋ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਤੇ ਸਾਰਿਆਂ ਦਾ ਆਸਰਾ ਵੀ ਉਹ ਆਪ ਹੈ, ਸਹਾਰਾ ਵੀ ਸਭ ਦਾ ਉਹ ਆਪ ਹੈ, ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮੇਸ਼ਰ। ਤੇ ਯਾਦ ਰੱਖ ਹੇ ਪਾਂਡੇ, ਉਹਦੀਆਂ ਦਾਤਾਂ ਵੀ ਕਦੀ ਮੁੱਕਦੀਆਂ ਨਹੀਂ, ਉਹਦੇ ਭੰਡਾਰੇ ਵੀ ਸਦਾ ਹੀ ਭਰੇ ਹੋਏ ਹਨ, ਉਹਦੇ ਭੰਡਾਰੇ ਵੀ ਕਦੀ ਖਾਲੀ ਨਹੀਂ ਹੁੰਦੇ। ਉਸ ਦੀ ਵਡਿਆਈ ਕਰੀਏ ਜਿਹਦਾ ਅੰਤ ਨਹੀਂ ਪੈ ਸਕਦਾ, ਤੇ ਨਾ ਹੀ ਉਸ ਪਰਮਾਤਮਾ ਦਾ ਕੋਈ ਹੱਦ ਬੰਨਾ ਲੱਭ ਸਕਦਾ ਹੈ। ਉਹ ਤਿੰਨਾਂ ਲੋਕਾਂ ਵਿੱਚ ਹੈ। ਦੱਸ ਹੋਰ ਕਿਹਦੀ ਸਿਫਤ ਸਲਾਹ ਕਰੇ, ਕਿਹਦੇ ਮੰਗੇ, ਕਿਸੇ ਹੋਰ ਦਾ ਨਾਮ ਕਿਉਂ ਲਿਖੇ? ਕਿਉਂਕਿ ਕੀਤਾ ਕਿਆ ਸਲਾਹੀ ਹੈ, ਕਰੇ ਸੋਏ ਸਲਾਹ। ਜਿਹੜਾ ਬਣਾਉਂਦਾ ਉਹਨੂੰ ਸਲਾਹ, ਉਹਦੇ ਕੀਤੇ ਹੋਈ ਕਿਰਤ ਨੂੰ ਕਿਉਂ ਸਲਾਹੁੰਦਾ ਹੈ? ਕੀਤਾ ਕਿਆ ਸਲਾਹੀ ਹੈ, ਕੀ ਸਲਾਹਣਾ ਉਹਨੂੰ? ਤੇ ਸਤਿਗੁਰੂ ਕਹਿੰਦੇ ਨਾਨਕ ਇੱਕ ਹੀ ਬਾਹਰਾ, ਦੂਜਾ ਦਾਤਾ ਨਾ ਹੈ। ਉਸ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਹੀ ਨਹੀਂ। ਕਰਤਾ ਸੋ ਸਲਾਹੀ ਹੈ, ਜਿਨ ਕੀਤਾ ਆਕਾਰ, ਜਿਹਨੇ ਸਭ ਕੁਝ ਬਣਾਇਆ। ਉਸ ਕਰਤੇ ਨੂੰ ਸਲਾਹ, ਮਨ ਮੇਰੇ ਕਰਤੇ ਨੂੰ ਸਲਾਹ। ਕਿਉਂ ਸਲਾਹ? ਕਿਉਂਕਿ ਉਹਨੇ ਬਣਾਇਆ। ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ, ਕਿਉਂਕਿ ਕਰਤਾ ਸੋ ਸਲਾਹੀ ਹੈ, ਜਿਨ ਕੀਤਾ ਆਕਾਰ। ਦਾਤਾ ਸੋ ਸਲਾਹੀ ਹੈ,
जे सब सह दे आधार। उस दुसाल उस दी सिलसिला कर, उस गोपाल का नाम मन की पट्टी ते लिख, जिहड़ा सारिਆਂ ਨੂੰ दे रहा है, जिहड़ा जुग जुग दाता है, जिस तो बिना होर कोई दाता है नहीं, ते जिहड़ा सदा कायम रहने वाला है। नानक आप सदीव है, पूरा जिस भंडार, जिहदे भंडार कदी खत्म नहीं हुंदे, मुकदे ही नहीं। दाता लैन वाला थक जाता है, दाता देन वाला दाता नहीं थकदा। पढ़दे रोज देंदा दे, लैंदे थक पाहे। दाता नहीं थकदा क्योंकि भंडार भरे हुए हैं। कभी अंदाजा ला के देखो, जन्म तो लैके मरण तक किन्ना कुछ इंसान सारी जिंदगी विच खांदा पहनदा, किन्ना कुछ है, किन्नियां लोड़ां इहदियां हन, कौन दे रहा है? ਜਦੋਂ ਤੂੰ ਕੁਝ ਕਰਨ ਜੋਗਾ ਨਹੀਂ ਸੀ, ਮਾਂ ਦੇ ਪੇਟ ਵਿੱਚ ਸੀ, ਉੱਥੇ ਵੀ ਤਾਂ ਤੇਰੀ ਪਾਲਣਾ ਉਹਨੇ ਕੀਤੀ ਹੈ, ਉੱਥੇ ਵੀ ਤੇਰੀ ਰੱਖਿਆ ਉਹਨੇ ਕੀਤੀ ਹੈ, ਉੱਥੇ ਵੀ ਤੇਰੀ ਭੋਜਨ ਉਹਨੇ ਦਿੱਤਾ ਹੈ, ਉੱਥੇ ਵੀ ਤੈਨੂੰ ਦਾਤ ਦੇ ਰਿਹਾ ਹੈ। ਉਸ ਨਿਰੰਕਾਰ ਦੀ ਆਰਾਧਨਾ ਕਰ। ਜਨਮ ਹੁੰਦਿਆਂ ਸਾਰ ਦੁੱਧ ਦਾ ਪ੍ਰਬੰਧ ਕਰ ਦਿੱਤਾ, ਤੇਰੀ ਖੁਰਾਕ ਦਾ ਪ੍ਰਬੰਧ ਕਰ ਦਿੱਤਾ। ਹੁਣ ਕਿਹੜੇ ਦਾਤੇ ਦੀ ਗੱਲ ਕਰਦਾ? ਕਿਸੇ ਹੋਰ ਦੀ ਆਰਾਧਨਾ ਕਰਾਂ ਵੀ ਕਿਉਂ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਕਿਸੇ ਹੋਰ ਦੀ ਆਰਾਧਨਾ ਮੈਂ ਕਿਉਂ ਕਰਾਂ? ਮੈਂ ਹੋਰ ਪਾਸੇ ਕੋ ਮੰਗਣ ਕਿਉਂ ਜਾਵਾਂ ਤੇ ਦਾਤਾ ਹੀ ਇੱਕ ਹੈ। किस हो जांची किस आराधी, जा सब को कीता होसी, जो जो दिसे वड्डा वडेरा, सो सो खाकू रलसी। सब मिट्टी च मिल जाएंगे, जिहड़े वड्डे बादशाह शाह सुल्तान बादशाह शाह व्यापारी मरना, जो दिसे सो काले करना। क्यों मंगा उन्हां कोलों? किस हो जांची किस आराधी, होर किसी की आराधना भी क्यों करा? फिर क्यों उस गोपाल का नाम अपने मन की पट्टी ते क्यों नहीं लिखता? निरभो निरंकार भाव खंडन, सब सुख नावली देसी। तो पातशाह कहते हर हर जियो तेरी दाती राजा। उन्हें ते राजा नहीं पढ़िया जाना, इत्थे राजा रजदा हां। मानस बपड़ा क्या सालाही, क्या तिसका मुहताजा। मैं क्यों होर किसी दे पासों मंगण जावां, क्या किसी दी मुथाजी करा? जेड़ा गुरु दा हो जाए हे पांडे, उन्होंने होर किसी दी मुथाजी नहीं हुंदी। तिन चुकी मुहताजी लोगन की, हर प्रभ अग कर बैठा पास। ਜਿਹੜਾ ਗੁਰੂ ਦੇ ਨੇੜੇ ਆ ਕੇ ਬਹਿ ਗਿਆ, ਲੋਕਾਂ ਦੀ ਮੁਥਾਜੀ ਨਹੀਂ ਕਰਦਾ, ਢਿਰਦਰ ਦੇ ਤਰਲੇ ਨਹੀਂ ਕਰਦਾ, ਕਿਸੇ ਹੋਰ ਦੇ ਦਰ ਤੇ ਨਹੀਂ ਮੰਗਦਾ। ਬਾਬਾ ਜੀ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਰੱਬ ਚੰਗਾ ਹੈ, ਮੈਨੂੰ ਕਿਸੇ ਹੋਰ ਦੇ ਦਰ ਤੇ ਮੰਗਣ ਨਾ ਭੇਜੀ, ਇਹਦੇ ਨਾਲ ਚੰਗਾ ਤੂੰ ਮੇਰੀ ਜਿੰਦ ਕੱਢ ਲੈ, ਮੈਨੂੰ ਕਿਸੇ ਦਾ ਮੰਗਤਾ ਨਾ ਬਣਾਈ। शेख फरीद जी श्लोकां च कहते फरीदा बार भराया बैठना, साईं मुझे ना दे। क्या कमाल दे बोल हैं, क्यों मंगन जावा? किसी बगाने दे बूहे ते बैठना मैनू ना दे, मैनू ना देई किते। फरीदा बार भराया बैठना, साईं मुझे ना दे। जे तू एवें रखसी जियो शरीरों ले, चंगा जिंद कट लै मेरी। जे तू मैनू किसी दर ते मंगन नालों मैं मर जाना चंगा। क्यों बैठा किसी दे दर ते जाके, क्यों मंगा? हे पांडे गोपाल दा नाम लिख, क्योंकि वह सारियां दा दाता है, वह सब नू दाता देन वाला है। जगत भखारी फिरत है, सब को दाता राम।
ਤੇ ਜਗਤ ਭਿਖਾਰੀ ਹੈ, ਉਹ ਦਾਤਾ ਦਿੰਦਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਦਾਤਾ ਦਿੰਦਾ, ਮੰਗ ਉਹਦੇ ਕੋਲੋਂ। ਤੋ ਸਾਹਿਬ ਜੀ ਕਹਿੰਦੇ, ਹੈ ਪਾਂਡੇ, ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ। ਕਿਹਦਾ? ਜਿਹੜਾ ਦਾਤਾ ਹੈ, ਜਿਹਦੇ ਵਰਗਾ ਹੋਰ ਕੋਈ ਦਾਤਾ ਹੈ ਵੀ ਨਹੀਂ, ਜਿਸ ਵਰਗਾ ਹੋਰ ਕੋਈ ਹੈ ਨਹੀਂ। ਫਿਰ ਕਹਿੰਦੇ, ਜਿਉਂ ਭਾਵੇ ਤਿਉਂ ਰਾਖੈ ਰਾਖ। ਇਹ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਚੰਗਾ ਲੱਗਾ। ਕੀ ਕਰਾਂ? ਤਿਉਂ, ਉਸ ਢੰਗ ਨਾਲ, ਜਿਵੇਂ ਤੂੰ ਮੈਨੂੰ ਰੱਖਣਾ ਚਾਹੁੰਦਾ ਹੈ ਉਵੇਂ ਰੱਖ, ਜਿਵੇਂ ਤੇਰੀ ਮਰਜ਼ੀ ਹੈ। ਹੁਣ ਮੇਰੀ ਕੋਈ ਮਰਜ਼ੀ ਨਹੀਂ, ਮੇਰੀ ਆਪਣੀ ਕੋਈ ਸਿਆਣਪ ਨਹੀਂ। ਹਮ ਤਾਂ ਤਨ ਦਿਓ ਹੈ ਡਾਰ ਹੈ। ਅਸੀਂ ਤਾਂ ਤਨ ਸਾੜ ਦਿੱਤਾ ਤੇਰੇ ਅੱਗੇ ਅੱਗ ਚ ਪਾ ਕੇ। ਦੱਸ ਮੇਰੀ ਕਾਹਦੀ ਮਰਜ਼ੀ ਹੈ? ਮੈਂ ਤਾਂ ਤੇਰਾ ਮੁੱਲੋਂ ਖਰੀਦਿਆ ਹੋਇਆ ਗੁਲਾਮ ਬਣ ਗਿਆ। ਤੇ ਆਖ ਉਸ ਪਰਮਾਤਮਾ ਨੂੰ, ਉਹਦੇ ਅੱਗੇ ਅਰਦਾਸ ਕਰ। ਹੇ ਪਾਂਡੇ, ਉਸ ਗੋਪਾਲ ਓੰਕਾਰ ਅੱਗੇ ਅਰਦਾਸ ਕਰ। ਤੇ ਇਹ ਕਹਿ ਕਿ ਹੇ ਪ੍ਰਭੂ ਜੀ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਜਿਵੇਂ ਤੂੰ ਮੈਨੂੰ ਰੱਖਣਾ ਚਾਹੁੰਦਾ ਤਿਵੇਂ ਰੱਖ। ਇਹ ਹੈ ਹੁਕਮ ਮੰਨਣ ਦੀ ਸਿਖਰ। ਹੁਕਮ ਮੰਨਣ ਦਾ ਸਿਖਰ ਹੈ। ਇਹ ਆਮ ਬਾਤ ਨਹੀਂ, ਛੋਟੀ ਜੀ ਗੱਲ ਨਹੀਂ ਵੀ ਜਿਵੇਂ ਮਰਜ਼ੀ ਰੱਖੋ ਜੀ, ਰੱਬ ਜੀ ਜਦੋਂ ਮਰਜ਼ੀ ਰੱਖ ਲਓ। ਕਹਿਣਾ ਸੌਖਾ ਹੈ, ਲੇਕਿਨ ਉਸ ਦਾਤਾਰ ਦੀ, ਉਸ ਕਰਤਾਰ ਦੇ ਹੁਕਮ ਦੇ ਮੰਨਣਾ ਬੜੀ ਔਖੀ ਜੀ ਘਾਟੀ ਨਜ਼ਰ ਆਉਂਦੀ ਹੈ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆ। ਪਰ ਜਦੋਂ ਇਹ ਸਮਝ ਆ ਜਾਏ ਵੀ ਦਾਤਾ ਇੱਕੋ ਹੀ ਹੈ, ਤਿੰਨਾਂ ਲੋਕਾਂ 'ਚ ਉਹੀ ਵਿਆਪ ਰਿਹਾ ਹੈ, ਸੰਸਾਰ ਵਿੱਚ ਉਹੀ ਵਿਚਰ ਰਿਹਾ ਹੈ, ਤੇ ਮੈਨੂੰ ਉਵੇਂ ਹੀ ਰੱਖ। ਇਹ ਪਾਂਡੇ, ਮੈਨੂੰ ਸਮਝ ਆ ਗਈ। ਤੂੰ ਵੀ ਸਮਝ ਇਹ ਗੱਲ, ਗੁਰੂ ਦੀ ਸ਼ਰਨ ਤੋਂ ਪੈਣ ਤੋਂ ਬਿਨਾ ਕੋਈ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਇਹ ਗੱਲ ਸਮਝ, ਨਾ ਹੀ ਆਤਮਕ ਆਨੰਦ ਮਿਲ ਸਕਦਾ ਹੈ। ਇਸ ਵਾਸਤੇ ਉਸ ਸਰਵ ਵਿਆਪਕ ਪ੍ਰਭੂ ਦੇ, ਸਭਨਾ ਦੇ ਦਾਤੇ, ਸਾਰੇ ਜਗ੍ਹਾ ਤੇ ਵਿਆਪਕ ਪ੍ਰਭੂ ਦੇ ਅੱਗੇ ਅਰਦਾਸ ਕਰ। ਪ੍ਰਭੂ ਜਿਵੇਂ ਹੋ ਸਕਦਾ ਹੈ ਤੂੰ ਮੈਨੂੰ ਗੁਰੂ ਦੀ ਸ਼ਰਨ ਵਿੱਚ ਰੱਖ ਲੈ। ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਹੋਰ ਕੋਈ ਆਸਰਾ ਨਹੀਂ ਹੈ, ਕੋਈ ਸਹਾਰਾ ਨਹੀਂ ਹੈ, ਮੈਨੂੰ ਸੁਝਦਾ ਵੀ ਕੁਛ ਨਹੀਂ। ਇਹ ਪਾਂਡੇ ਦੇਖ, ਇਹ ਸੰਸਾਰ ਤਾਂ ਜੰਗਲ ਵਰਗਾ ਹੈ, ਤੇ ਉਸ ਜੰਗਲ ਵੀ ਉਹ ਜਿਹਨੂੰ ਅੱਗ ਹੀ ਅੱਗ ਲੱਗੀ ਹੋਈ ਹੈ। ਪਲੇ ਹੋਏ ਵੱਡੇ ਰੁੱਖਾਂ ਨੂੰ ਵੀ ਸਾੜੀ ਜਾਂਦੀ ਹੈ, ਤੇ ਪਿੱਛੇ ਦੇਖ ਇਸ ਸੰਸਾਰ ਵਿੱਚ ਨਵੇਂ ਕੋਮਲ ਰੁੱਖ ਫਿਰ ਉਗਦੇ ਜਾ ਰਹੇ ਹਨ। ਇਸ ਸੰਸਾਰ ਵਿੱਚ ਦੀ ਖੇੜੀ ਇਸ ਤਰ੍ਹਾਂ ਦੀ ਹੈ। ਇਹ ਜਗਤ ਵਿੱਚ ਕਈ ਆ ਰਹੇ ਨੇ, ਕਈ ਜਾ ਰਹੇ ਨੇ। ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਹੈ, ਉਸਦੇ ਹੁਕਮ ਅਨੁਸਾਰ ਇਹ ਨਾਸ਼ ਵੀ ਹੁੰਦਾ ਹੈ, ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹਰ ਵੇਲੇ ਮੌਜੂਦ ਰਹਿੰਦਾ ਹੈ, ਕਾਇਮ ਰਹਿੰਦਾ ਹੈ। ਤੇ ਉਹਦੇ ਅੱਗੇ ਤਰਲਾ ਕਰ ਕਿ ਹੇ ਵਾਹਿਗੁਰੂ, ਹੇ ਗੋਪਾਲ, ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਸ ਤਰ੍ਹਾਂ ਰੱਖ। ਗੁਰੂ ਨਾਨਕ ਪਾਤਸ਼ਾਹ ਨੇ ਸ਼੍ਰੀ ਰਾਗ ਵਿੱਚ ਇੱਕ ਸ਼ਬਦ ਲਿਖਿਆ, ਗੁਰੂ ਪਾਤਸ਼ਾਹ ਜੀ ਨੇ, ਸਾਹਿਬ ਜੀ ਦੇ ਪਾਵਨ ਅੰਕ 20 ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਉਂਦਾ ਹੈ, ਕਹਿੰਦੇ ਨੇ, ਗੁਰਬਿਨ ਕਿਉਂ ਤਰੀਐ ਸੁਖ ਹੋਏ, ਜਿਉ ਭਾਵੇ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ। ਗੁਰਬਿਨ ਕਿਉਂ ਤਰੀਐ ਸੁਖ ਹੋਏ? ਦੱਸੋ ਬਈ, ਕਿਵੇਂ ਸੁੱਖ ਹੋਏਗਾ, ਕਿਵੇਂ ਪਾਰ ਉਤਾਰਾ ਹੋਏਗਾ? ਬਸ ਇੱਕੋ ਹੀ ਤਰਲਾ ਹੈ, ਜਿਉ ਭਾਵੇ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ।
मेरे को होर कोई आसरा नहीं, लोगों का आसरा होएगा, मेरा कोई आसरा नहीं। कहते मैं अगे देखदा, आगे देखूं कि डो जले, ਵੱਡੇ ਵੱਡੇ रुख सट गए, उम्र होइयां ही तुरदे गए, पाछे हरिओ अंगूर पिछों नवे पैदा होंदे गए। मैं तो जगत की खेड देख रहा। जिस ते उपजै तिस ते बिनसे, घट घट सच भरपूर, आपे मेल मिलाव ही साचे महल हदूर। गुरु आ मिलाउंदा, बस इहो ही कह कि तो मैं आया, शरणी आया, भरोसे आया, किरपा आया, ज्यों भावै त्यों राखो स्वामी, मार्ग गुरै पठाया। एक ये भरोसा रख, जो भावे तू राखे राख, ये भरोसा रख। तो मैं आया, शरणी आया, भरोसे आया, तेरे ते भरोसा रख के आया, यकीन रख के आया, तेरी किरपा नाल आया। गुरु ने मार्ग दस दिता मैनू तेरा, ते हुण फिर तेरी झोली विच आके डिग पिया, ते फिर ज्यों भावे त्यों राखो स्वामी, मालका रख लै रख लै रख लै। माया बड़ी वड्डी है, बड़ी औखी है, हवा दे झुलारियां वांगू आउंदी है। महादुत्तर माया जैसे पवन चुलाया, सुन सुन ही डराया, करो धर्म राया, ग्रह अंध को पाया, पावक सगराया, गही ओट साधाया, नानक हर त्याया, अब मैं पूरा पाया। वाह कमाल, गुरु पातशाह गुरु अर्जन देव महाराज का बचन सी, सूही राग का। तो मैं आया, शरणी आया, भरोसे आया, किरपा आया। ये मालिक फिर की कर, ये गोपाल ज्यों भावे त्यों राखे राख, जस जांचू देवे पत शाख। शाख का होता गुडविल, शाख। हे वाहिगुरु जी, हे दातार जी, ਉਹਦੇ ਅੱਗੇ ਤਰਲਾ ਕਰ कि जस जांचू, जांचू का मंगना, जस ਉਹਦੀ सिफत सलाह। हे वाहिगुरु तेरी सिफत सलाह की दात मंगदा हाँ, शरण विच आके कह, देवै पत शाख, तेरी सिफत सलाह दिंदी की है, मैनू इज्जत दिंदी है, तो मेरी शाख गुडविल बनती है, नामना मिलता है, शोभा बनती है तेरे नाम नाल, तेरी वडियाई नाल। जागत जाग रहा तुद भावा, तुद अर्थ तेनू, जा तू मेले ता तुझे समावा, जा तू मेले जे तू आप मेल लवे। लोग गुरु पातशाह कहते ने जागत, जागत क्यों है, जागत जाग, कौन जागदा है? गुरु दे इस बनाई हुई फुलवाड़ी विच, उस करतार दी बनाई हुई इस फुलवाड़ी दे विच कौन जागदा है, कौन सुता है? तो सतगुरु जी क्या बचन करके समझाते भी, देख वाहिगुरु मेरे ते किरपा कर, मैं तेरी सिफत सलाह की दात तेरे तो मंगदा, ते मैं आ माया दे जेड़े हुलारे ने ना, इन्हां तो मैं किते बच जावां, सुचेत रवां, मैं भी इन्हां विच ना फस जावां। दुनिया फसी हुई है, मैं भी ना फस जावां इस माया दे हुलारियां दे विच। क्यों? ਜਿਹੜੇ ਜਾਗਦੇ ਹਨ ਉਹ ਵੱਧ ਜਾਂਦੇ ਹਨ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ।
ਕੌਣ ਜਾਗਦਾ? ਜਿਹੜੀ ਰਸਨਾ ਤੋਂ ਵਾਹ ਗੁਰੂ 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 ਕਰਦੇ ਹਨ, ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ, ਜੋ ਇਹ ਕਹਿੰਦੇ ਨੇ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਉਹ ਜਾਗਦੇ ਹਨ। ਇਹ ਵਾਹਿਗੁਰੂ ਜੀ ਮੇਰੇ ਤੇ ਰਹਿਮਤ ਕਰ, ਜੇ ਮੈਂ ਤੈਨੂੰ ਚੰਗਾ ਲੱਗਦਾ ਜਾਂ ਤੁਧ ਭਾਵਾਂ, ਜੇ ਮੈਂ ਤੈਨੂੰ ਚੰਗਾ ਲੱਗਾ ਤਾਂ ਹੀ ਮੈਂ ਜਾਗਦਾ ਰਹਿ ਸਕਦਾ। ਤੇਰੀ ਨਜ਼ਰ ਤੇ ਚੜ ਜਾਵਾਂ ਤਾਂ ਹੀ ਹੈ ਨਾ। ਨਜ਼ਰ 'ਚ ਪ੍ਰਵਾਨ ਹੋਵਾਂ ਤਾਂ ਮਾਇਆ ਦੇ ਝੋਲਿਆਂ ਤੋਂ ਬਚਾਂਗਾ। ਇਹ ਝਕੋਲੇ ਸਮੁੰਦਰ ਦੇ ਵਿੱਚ ਜੋ ਪੈ ਰਹੀਆਂ ਟਿੰਡਾਂ ਨੇ, ਇਹਨਾਂ ਦੇ ਵਿੱਚ ਮੈਂ ਕਿਵੇਂ ਬਚਾਂਗਾ? ਤੇਰੇ ਨਾਮ ਨਾਲ, ਤੇਰੀ ਸਿਫਤ ਸਲਾਹ ਦੇ ਨਾਲ। ਜਾਗਤ ਜਾਗ ਰਹੇ ਲਿਵ ਲਾਏ, ਗੁਰ ਪਰਚੇ ਤਿਸ ਕਾਲ ਨਾ ਖਾਏ। ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਆਤਮਕ ਮੌਤੇ ਨਹੀਂ ਮਰਦੇ। ਜਾਗਤ ਜਾਗ ਰਹੇ ਲਿਵ ਲਾਏ, ਜਿਹੜੇ ਸੁਰਤ ਜੋੜਦੇ ਹਨ ਉਹ ਜਾਗਦੇ ਹਨ। ਸਤਿਗੁਰੂ ਜੀ ਬਚਨ ਕਰਦੇ ਹਨ, ਅਤੀਤ ਭਏ ਮਾਰੇ ਬੈਰਾਈ, ਪਰਵਤ ਨਾਨਕ ਤਹਿ ਲਿਵ ਲਾਈ। ਬੇਨਤੀ ਗੁਰੂ ਨਾਨਕ ਪਾਤਸ਼ਾਹ ਨੇ, ਉੱਥੇ ਸੁਰਤ ਜੋੜੀ, ਲਿਵ ਉੱਥੇ ਲਾਈ, ਨਿਰਲੇਪ ਹੋ ਗਿਆ ਬੁਰਾਈਆਂ ਨੂੰ ਮਾਰ ਕੇ। ਇਹ ਵਾਹਿਗੁਰੂ ਜੀ ਮੇਰੀ ਇੱਜ਼ਤ ਕਦੋਂ ਬਣਦੀ ਹੈ? ਜਦੋਂ ਤੇਰੇ ਨਾਮ ਵਿੱਚ ਜੁੜਦਾ ਹਾਂ। ਜਾਂ ਤੂੰ ਮਿਲੇ ਤਾਂ ਤੁਝੇ ਸਮਾਵਾਂ, ਜੇ ਤੂੰ ਆਪ ਮਿਲ ਲਵੇ ਜੋੜੀ ਰੱਖੇ ਤਾਂ ਹੀ ਮੈਂ ਤੇਰੇ ਚਰਨਾਂ ਚ ਲੀਨ ਰਹਿਣਾ। ਇਹ ਪਾਂਡੇ ਭੈੜੀ ਮਤ ਕਾਰਨ ਇਹ ਜੀਵ ਮਾਇਆ ਦੀ ਜਿਲਣ ਚ ਖੁੱਭ ਗਏ ਨੇ। ਮਾਇਆ ਦੀ ਜਿਲਣ ਹੈ ਨਾ, ਖੁੱਭ ਗਏ ਨੇ। ਇਹ ਪਾਂਡੇ ਦੇਖ, ਔਰ ਹਾਲ ਇਹਨਾਂ ਦਾ ਬੜਾ ਬੁਰਾ ਹੋਇਆ ਪਿਆ। ਪਰ ਇਹ ਮਾਇਆ ਦਾ ਚਿੱਕੜ ਫਿਰ ਮਿੱਠਾ ਲੱਗੀ ਜਾਂਦਾ ਹੈ। ਉਹੀ ਮਨੁੱਖ ਇਸ ਮਾਇਆ ਦੇ ਚਿੱਕੜ ਵਿੱਚੋਂ ਨਿਕਲਦਾ ਹੈ, ਬਚ ਕੇ ਨਿਕਲਦਾ ਹੈ, ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਪੈਂਦੇ ਹਨ, ਜਿਹੜੇ ਉਹਦੇ ਨਾਮ ਪ੍ਰੇਮ ਵਿੱਚ ਮਸਤ ਰਹਿੰਦੇ ਹਨ, ਨਾਮ ਵਿੱਚ ਰੰਗੇ ਰਹਿੰਦੇ ਹਨ, ਜਿਹੜੇ ਗੁਰੂ ਦੀ ਅਗਵਾਈ ਕਬੂਲ ਲੈਂਦੇ ਹਨ, ਜਿਹੜੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਦੇ ਹਨ, ਉਹੀ ਜਾਗਦੇ ਹਨ। ਨਾਸ਼ਵਾਨ ਮਾਇਆ ਦੀ ਖਾਤਰ ਅਨੇਕਾਂ ਲੋਕ, ਅਨੇਕਾਂ ਜੀਵ, ਬਹੁਤਾਤ ਗਿਣਤੀ ਇਸ ਮਾਇਆ ਦੇ ਨੀਂਦ ਵਿੱਚ ਸੁੱਤੀ ਪਈ ਹੈ। ਤੇ ਮਾਇਆ ਦੇ ਸਮੂਹ ਦੀ ਨੀਂਦ ਵਿੱਚ ਸਿਰ ਉਹੀ ਬੰਦੇ ਜਾਗਦੇ ਨੇ ਜਿਹੜੇ ਆਪਣੀ ਰਸਨਾ ਤੋਂ ਪ੍ਰਮਾਤਮਾ ਦਾ ਨਾਮ ਉਚਾਰਦੇ ਹਨ। ਖੁੱਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ, ਨਾਨਕ ਸਈ ਉਭਰੇ ਜਿੰਨਾ ਭਾਗ ਮਥਾਏ। ਸੁਤੜੇ ਸੁਖੀ ਸਵਨ ਜੋ ਰੱਤੇ ਸ਼ੈ ਆਪਣੇ, ਪ੍ਰੇਮ ਵਿਸ਼ੋਹਾ ਧਨੀ ਸੋ ਅੱਠੇ ਪੈਰ ਲਵਨ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਉਹ ਜਾਗਦੇ ਹਨ, ਬਾਕੀ ਸਭ ਸੁੱਤੇ ਹੋਏ ਹਨ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਜੈ ਜੈਕਾਰ ਜਪੂ ਜਗਦੀਸ਼, ਗੁਰਮਤਿ ਮਿਲਿਐ 20-21। ਜੈ ਜੈਕਾਰ, ਜੈਕਾਰ ਮਤਲਬ ਸਦਾ ਜਿਤ। ਜਗਦੀਸ਼ ਜਗਤ ਦਾ ਮਾਲਕ ਪਰਮਾਤਮਾ, ਜਗਤ ਦਾ ਮਾਲਕ ਪਰਮਾਤਮਾ। ਮੈਂ ਜਗਤ ਦੇ ਮਾਲਕ ਪ੍ਰਭੂ ਦਾ ਸਦਾ ਜੈਕਾਰ, ਸਦਾ ਜੈ ਜੈਕਾਰ ਕਹਿਣਾ। ਕੀ ਜੈ ਜੈਕਾਰ ਜਪੂ ਜਗਦੀਸ਼। ਵਾਹ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਤੇ ਫਿਰ ਇਹਦੀ ਮਿਲਦਾ ਕੀ ਹੈ?
ਗੁਰਮਤ ਮਿਲਿਆ 20-21 ਪੂਰੀ ਤਰ੍ਹਾਂ 20-21 ਦਾ ਹੁੰਦਾ ਪੂਰੀ ਤਰ੍ਹਾਂ 20 ਗੁਰ ਜਿਹਦਾ ਗੁਰ ਕਾ ਮਨ ਮਾਨੇ ਵਾਲੀ ਗੱਲ ਪੂਰੀ ਤਰ੍ਹਾਂ ਪਤੀਤ ਜਾਏ। ਤਰਲਾ ਕਰਨਾ ਉਸ ਮਾਲਕ ਦੇ ਅੱਗੇ, ਪਾਂਡੇ ਕਿਆ ਕੀ ਤਰਲਾ ਕਰ, ਦਇਆ ਕਰੋ ਦਿਆਲ, ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ ਮੈਨੂੰ ਮੇਰੇ ਤੇ ਰਹਿਮਤ ਕਰ। ਤੇ ਪਰ ਹੁੰਦੀ ਕਿਹਦੇ ਉੱਤੇ ਹੈ? ਇਹ ਪਾਂਡੇ ਗੁਰੂ ਦੀ ਮੱਤ ਲੈ ਕੇ ਪੂਰੀ ਤਰ੍ਹਾਂ 20 ਵਿਸਵੇ ਇੱਕ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ਜੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਮਰਪਣ ਕਰ ਦਈਏ, ਗੁਰੂ ਦੇ ਅੱਗੇ ਸੌਂਪ ਦਈਏ, ਗੁਰੂ ਨੂੰ ਆਪਣਾ ਆਪ ਅਰਪਣ ਕਰ ਦਈਏ। ਕਿਉਂਕਿ ਜਿਹਨੇ ਗੁਰੂ ਦੇ ਕੋਲ ਆਪਣੀ ਮੱਤ ਦੇ ਦਿੱਤੀ, ਉਹਦੀ ਗੁਰੂ ਦੀ ਮੱਤ ਲੈ ਲਈ, ਉਹ ਗੁਰੂ ਵਿੱਚ ਸਮਾ ਜਾਂਦਾ ਹੈ। ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਸੋ ਸਤਿਗੁਰ ਮਾਹਿਰ ਸਮਾਨਾ। ਇਹ ਬਾਣੀ ਜੋ ਜਿਉ ਜਾਣੇ, ਤਿਸ ਅੰਤਰ ਰਵੇ ਹਰ ਨਾਮਾ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ ਬਿਲਾਵਲ ਰਾਗ ਵਿੱਚ। ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਸੋ ਸਤਿਗੁਰ ਮਾਹਿਰ ਸਮਾਨਾ। ਇਹ ਬਾਣੀ ਜੋ ਜਿਉ ਜਾਣੇ, ਹੁਣ ਜਿਉ ਜਾਣਨ ਦੀ ਗੱਲ ਆ ਨਾ, ਗੱਲ ਤਾਂ ਜਿਉ ਜਾਣਨ ਦੀ ਹੈ। ਇਹ ਬਾਣੀ ਜੋ ਜਿਉ ਜਾਣੇ, ਤਿਸ ਅੰਤਰ ਰਵੇ ਹਰ ਨਾਮਾ। ਉੱਥੇ ਨਾਮ ਦਾ ਵਾਸਾ ਹੈ, ਉੱਥੇ ਟਿਕਦਾ ਹੈ, ਪੂਰੀ ਤਰ੍ਹਾਂ ਟਿਕ ਜਾਂਦਾ ਹੈ। ਕਿਹੜੀ? ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਸੋ ਸਤਿਗੁਰ ਮਾਹਿਰ ਸਮਾਨਾ। ਉਹ ਸਤਿਗੁਰੂ ਵਿੱਚ ਸਮਾ ਜਾਂਦਾ ਹੈ। ਇਹ ਹੈ 20 ਵਿਸਵੇ। ਇਹ ਹੈ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈ ਹੈ। ਇਹ ਹੈ, ਇਹ ਕੋਈ ਖੇਡ ਇੱਕ ਦਿਨ ਦੀ ਨਹੀਂ ਤੇ ਨਾ ਇੱਕ ਦਿਨ ਦਾ ਖੇਡੀ ਜਾਂਦੀ ਹੈ। ਇਹ ਖੇਡ ਹੈ ਸਦੀਵੀ ਤੇ ਸਦਾ ਕਾਇਮ ਰਹਿਣ ਵਾਲੇ ਦਾਤਾਰ ਦੀ ਨਜ਼ਰ ਵਿੱਚ ਪ੍ਰਵਾਨ ਹੋਣ ਦੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਹੇ ਪਾਂਡੇ, ਆਪਣੇ ਮਨ ਦੀ ਪੱਟੀ ਤੇ ਉਸ ਪਰਮਾਤਮਾ ਦਾ ਨਾਮ ਲਿਖ। ਇਸ ਪੌੜੀ ਨਹੀਂ ਅੱਜ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਵੀ ਉਸ ਪਰਮੇਸ਼ਰ ਅੱਗੇ ਜੋਦੜੀ ਕਰੀਏ ਵੀ ਪ੍ਰਭੂ ਜੀ ਆਪਣਾ ਨਾਮ ਦਿਓ, ਆਪਣੀ ਸਿਫਤ ਸਲਾਹ ਦਿਓ, ਮੇਰੀ ਇੱਜ਼ਤ ਰੱਖੋ, ਮੇਰੀ ਪੱਤ ਰੱਖੋ। ਤੁਸੀਂ ਤਿੰਨਾਂ ਲੋਕਾਂ 'ਚ ਵਿਆਪਕ ਹੋ, ਤੂੰ ਮੇਰੇ ਤੇ ਮਿਹਰ ਦਾ ਹੱਥ ਰੱਖ। ਇਹ ਦਾਤਾਰ, ਆਪਣੀ ਸਿਫਤ ਸਲਾਹ ਦੀ ਦਾਤ ਬਖਸ਼, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ। ਜੇ ਤੂੰ ਆਪਣੀ ਮਿਹਰ ਦੀ ਨਜ਼ਰ ਮੇਰੇ ਉੱਤੇ ਕਰੇ ਤੇ ਮਿਹਰ ਲਈ ਅਰਦਾਸ ਕਰਨੀ ਹੈ, ਮਿਹਰ ਲਈ ਅਰਦਾਸ ਕਰਨੀ ਹੈ, ਮਿਹਰ ਲਈ ਤਰਲਾ ਕਰਨਾ ਹੈ ਉਸ ਮਾਲਕ ਦੇ ਅੱਗੇ। ਸਾਡੀ ਡਿਊਟੀ ਮਾਲਕ ਦੀ ਨਜ਼ਰ 'ਚ ਕਬੂਲ ਹੋਣ ਲਈ ਬੇਨਤੀ ਕਰਨੀ ਹੈ। ਪੂਰੇ ਵਿਸ਼ਵਾਸ ਨਾਲ ਜਦ ਤੱਕ ਪੂਰੀ ਬੰਦਗੀ ਨਹੀਂ ਨਾ ਕਰੀਏ, ਭਰੋਸਾ ਰੱਖ ਕੇ ਨਹੀਂ ਕਰੀਏ, ਉਦੋਂ ਤੱਕ ਪਰਮੇਸ਼ਰ ਨਾਲ ਮਿਲਾਪ ਵੀ ਨਹੀਂ ਜੇ ਹੁੰਦਾ। ਫਿਰ ਤਾਂ ਸਮਾਂ ਨਹੀਂ ਹੈ, ਫਿਰ ਉਹ ਗੱਲ ਕਰਾਂਗੇ। ਫਿਰ ਤਾਂ ਭਗਤ ਨਾਮਦੇਵ ਜੀ ਵਾਲੀ ਜਿਹੜੀ ਪੂਰੀ ਕਹਾਣੀ ਸਾਡੇ ਸਾਹਮਣੇ ਆ ਜਾਏਗੀ ਵੀ ਇਹ ਪੰਡਤਾ ਤੈਨੂੰ ਰੱਬ ਕਿਉਂ ਨਹੀਂ ਮਿਲਿਆ, ਆ ਤੈਨੂੰ ਸਮਝਾਵਾਂ। ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ, ਕਿਉਂ ਨਹੀਂ ਮਿਲਿਆ? ਕਹਿੰਦੇ ਨੇ ਤੇਰਾ ਵਿਸ਼ਵਾਸ ਨਹੀਂ, ਤੇਰਾ ਭਰੋਸਾ ਨਹੀਂ। ਜਿਸ ਇਸ਼ਟ ਦੀ ਪੂਜਾ ਕਰਦਾ ਉਸ ਇਸ਼ਟ ਤੇ ਤੇਰਾ ਵਿਸ਼ਵਾਸ ਨਹੀਂ ਹੈ। ਉਹ ਗੁਰੂ ਤੇ ਭਰੋਸਾ ਰੱਖੋ, ਗੁਰੂ ਤੇ ਰੱਖੀਏ ਭਰੋਸਾ ਤੇ ਗੁਰੂ ਬਾਂਹ ਫੜ ਕੇ ਸਾਨੂੰ ਆਪਣੇ ਘਰ ਚ ਲੈ ਜਾਂਦਾ ਹੈ। ਭਰੋਸਾ ਤੇ ਵਿਸ਼ਵਾਸ ਤੇ ਯਕੀਨ ਐਸੀ ਚੀਜ਼ ਹੈ ਜਿਹੜੀ ਸਿੱਖ ਦੇ ਅੰਦਰ ਹੋਣੀ ਪ੍ਰਤੀਤ, ਇੱਕ ਪ੍ਰਤੀਤ ਹੈ। ਤੇ ਜਿਹੜੀ ਪ੍ਰਤੀਤ ਹੈ ਉਹ ਸਾਨੂੰ ਸੱਚਮੁੱਚ ਗੁਰੂ ਦੇ ਘਰ ਚ ਪ੍ਰਵਾਨ ਕਰਾ ਦਿੰਦੀ ਹੈ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।